ਅੱਜ ਆਪਾਂ ਕਰਾਂਗੇ ਕਨਸੈਪਟ ਕੰਟਰੋਲ ਆਫ ਮਨੀ ਸਪਲਾਈ ਵੀ ਜਿਹੜੀ ਆਪਣੀ ਆਰਬੀਆਈ ਆ ਜੋ ਮੋਨਿਟਰੀ ਪਾਲਿਸੀ ਬਣਾਈ ਜਾਂਦੀ ਉਸ ਦੇ ਦੁਆਰਾ ਵੀ ਮੋਨਿਟਰੀ ਪਾਲਿਸੀ ਦੇ ਥਰੂ ਆਪਾਂ ਕਿਵੇਂ ਕੰਟਰੋਲ ਕਰਦੇ ਆ ਜਿਹੜੀ ਆਪਣੀ ਸਪਲਾਈ ਆਫ ਮਨੀ ਆ ਕੰਟਰੀ ਦੇ ਵਿੱਚ। ਉਹਦੇ ਲਈ ਦੋ ਮੇਨ ਇੰਸਟਰੂਮੈਂਟਸ ਨੇ ਆਪਣੇ, ਇੱਕ ਹੈਗਾ ਜੀ ਕੁਆਂਟੀਟੇਟਿਵ, ਇੱਕ ਆਪਣੇ ਹੈਗੇ ਨੇ ਕੁਆਲੀਟੇਟਿਵ ਇੰਸਟਰੂਮੈਂਟਸ। ਇਹ ਦੋਨਾਂ ਇੰਸਟਰੂਮੈਂਟਸ ਦੇ ਥਰੂ ਆਪਾਂ ਜੋ ਸਪਲਾਈ ਆਫ ਮਨੀ ਨੂੰ ਕੰਟਰੋਲ ਕਰਦੇ ਆ ਵੀ ਕਦੋਂ ਆਪਾਂ ਨੇ ਜਿਹੜਾ ਕੰਟਰੀ ਉਹਦੇ ਵਿੱਚ ਜਿਹੜਾ ਫਲੋ ਆ ਜ਼ਿਆਦਾ ਕਰਨਾ ਵਾ ਮਨੀ ਦਾ ਤੇ ਕਦੋਂ ਆਪਾਂ ਨੇ ਘੱਟ ਕਰਨਾ। ਤਾਂ ਹੁਣ ਪਹਿਲਾਂ ਆਪਾਂ ਕਰਾਂਗੇ ਜੀ ਕੁਆਂਟੀਟੇਟਿਵ ਇੰਸਟਰੂਮੈਂਟਸ। ਇਹ ਉਹ ਇੰਸਟਰੂਮੈਂਟਸ ਹੁੰਦੇ ਨੇ ਜੋ ਕਿਹਦੇ ਉੱਪਰ ਜ਼ਿਆਦਾ ਫੋਕਸ ਕਰਦੇ ਨੇ ਜੀ ਆਪਣਾ ਓਵਰਆਲ ਸਪਲਾਈ ਆਫ ਮਨੀ ਇਨ ਦਾ ਇਕਨੋਮੀ। ਵੀ ਇਹ ਉਹ ਇੰਸਟਰੂਮੈਂਟਸ ਨੇ ਜਿਨ੍ਹਾਂ ਦੀ ਹੈਲਪ ਦੇ ਨਾਲ ਕੰਟਰੀ ਦੇ ਵਿੱਚ ਵੀ ਜੋ ਆਪਣਾ ਮਨੀ ਦਾ ਜਿਹੜਾ ਫਲੋ ਆ ਉਹਨੂੰ ਆਪਾਂ ਕੀ ਕਰਦੇ ਆ ਕੰਟਰੋਲ ਕੀਤਾ ਜਾਂਦਾ ਸਾਰੀ ਇਕਨੋਮੀ ਦੇ ਵਿੱਚ ਵੀ ਕਦੋਂ ਆਪਾਂ ਨੇ ਜਿਹੜਾ ਆਪਣਾ ਫਲੋ ਇਨਕਰੀਜ਼ ਕਰਨਾ ਤੇ ਕਦੋਂ ਆਪਾਂ ਨੇ ਮਤਲਬ ਡਿਕਰੀਜ਼ ਕਰਨਾ। ਤਾਂ ਹੁਣ ਇਹਦੇ ਜੀ ਮੇਨ ਇੰਸਟਰੂਮੈਂਟ ਨੇ ਆਪਾਂ ਕਰਾਂਗੇ ਜੋ ਜਿਹੜਾ ਪਹਿਲਾ ਪੁਆਇੰਟ ਆ ਉਹ ਕਰਾਂਗੇ ਜੀ ਆਪਣਾ ਹੈਗਾ ਜੀ ਬੈਂਕ ਰੇਟ। ਬੈਂਕ ਰੇਟ ਉਹ ਰੇਟ ਹੈ ਜੀ ਜਿਹੜੇ ਰੇਟ ਤੇ ਜੋ ਆਪਣੀ ਆਰਬੀਆਈ ਆ ਲੋਨ ਦਿੰਦੀ ਹੈ ਜੀ ਆਪਣੀਆਂ ਕਮਰਸ਼ੀਅਲ ਬੈਂਕਾਂ ਨੂੰ ਆਪਾਂ ਕੀ ਕਹਿੰਦੇ ਆ ਬੈਂਕ ਰੇਟ ਕਹਿੰਦੇ ਆ ਜੀ। ਉਹ ਰੇਟ ਜਦੋਂ ਆਰਬੀਆਈ ਜਿਹੜੇ ਰੇਟ ਦੇ ਉੱਪਰ ਲੋਨ ਪ੍ਰੋਵਾਈਡ ਕਰਦੀ ਆ ਕਮਰਸ਼ੀਅਲ ਬੈਂਕਾਂ ਨੂੰ ਉਹਨੂੰ ਆਪਾਂ ਕੀ ਕਹਿੰਦੇ ਆ ਬੈਂਕ ਰੇਟ ਕਹਿੰਦੇ ਆ। ਇੱਥੇ ਆਪਾਂ ਗੱਲ ਕਰਦੇ ਜੀ ਲੌਂਗ ਟਰਮ ਦੇ ਲਈ ਵੀ ਆਪਣਾ ਜਿਹੜਾ ਲੋਨ ਦਿੱਤਾ ਜਾਂਦਾ ਆਰਬੀਆਈ ਦੁਆਰਾ ਇਹ ਹੁੰਦਾ ਵਾ ਲੌਂਗ ਟਰਮ ਦੇ ਲਈ। ਹੁਣ ਅੱਗੇ ਕਮਰਸ਼ੀਅਲ ਬੈਂਕਾਂ ਵੀ ਕਹਿੰਦੇ ਲੋਨ ਪ੍ਰੋਵਾਈਡ ਕਰਦੀਆਂ ਨੇ ਕਿਹਨੂੰ ਪਬਲਿਕ ਜੋ ਕੰਟਰੀ ਦੇ ਵਿੱਚ ਕੀ ਆ ਲੋਕ ਰਹਿੰਦੇ ਨੇ ਉਹ ਮਤਲਬ ਕਿਹੜਾ ਰੇਟ ਹੋਊਗਾ ਜਿਹੜਾ ਆਪਣਾ ਮਾਰਕੀਟ ਰੇਟ ਆਫ ਇੰਟਰਸਟ ਹੋਊਗਾ ਜੋ ਮਾਰਕੀਟ ਦੇ ਵਿੱਚ ਇੰਟਰਸਟ ਚੱਲ ਰਿਹਾ ਰੇਟ ਉਹਦਾ ਉਹ ਰੇਟ ਦੇ ਉੱਪਰ ਕਮਰਸ਼ੀਅਲ ਬੈਂਕਾਂ ਲੋਨ ਦਿੰਦੀਆਂ ਨੇ ਪਬਲਿਕ। ਹੁਣ ਜਿਹੜੀ ਆਰਬੀਆਈ ਆ ਉਹ ਬੈਂਕ ਰੇਟ ਨੂੰ ਇਨਕਰੀਜ਼ ਡਿਕਰੀਜ਼ ਕਰਕੇ ਕੰਟਰੀ ਦੇ ਵਿੱਚ ਜਿਹੜਾ ਫਲੋ ਆ ਮਨੀ ਦਾ ਉਹਨੂੰ ਕੀ ਕਰਦੀ ਆ ਕੰਟਰੋਲ ਕਰਦੀ ਆ। ਹੁਣ ਜਦੋਂ ਕਹਿੰਦੇ ਮੰਨ ਲਓ ਕਿ ਇਕਨੋਮੀ ਦੇ ਵਿੱਚ ਕੀ ਆ ਇਨਫਲੇਸ਼ਨ ਆ, ਇਕਨੋਮੀ ਦੇ ਵਿੱਚ ਕੀ ਆ ਇਨਫਲੇਸ਼ਨ ਆ ਮਤਲਬ ਕੀ ਆ ਡਿਮਾਂਡ ਜ਼ਿਆਦਾ ਹੋ ਰਹੀ ਹੋਊਗੀ ਵੀ ਜੋ ਪ੍ਰਾਈਸ ਨੇ ਉਹ ਆਪਣਾ ਚਾਹੇ ਜੇ ਡਿਮਾਂਡ ਜ਼ਿਆਦਾ ਹੋ ਸਪਲਾਈ ਘੱਟ ਹੋਊਗੀ ਤਾਂ ਪ੍ਰਾਈਸ ਇਨਕਰੀਜ਼ ਹੁੰਦੇ ਨੇ। ਤਾਂ ਹੁਣ ਇਕਨੋਮੀ ਦੇ ਵਿੱਚ ਇਨਫਲੇਸ਼ਨ ਨੂੰ ਕੀ ਕਰਨਾ ਆਪਾਂ ਨੇ ਕੰਟਰੋਲ ਕਰਨਾ ਤਾਂ ਕੰਟਰੀ ਦੇ ਵਿੱਚ ਜਿਹੜਾ ਫਲੋ ਆ ਮਨੀ ਦਾ ਨੂੰ ਆਪਾਂ ਨੇ ਕੀ ਕਰਨਾ ਹੈ ਜੀ ਘਟਾਉਣਾ ਵਾ ਤਾਂ ਡਿਕਰੀਜ਼ ਕਰਨਾ। ਤਾਂ ਕਹਿੰਦੇ ਜੀ ਆਰਬੀਆਈ ਆ ਇਸ ਕੇਸ ਦੇ ਵਿੱਚ ਜੋ ਆਪਣਾ ਬੈਂਕ ਰੇਟ ਆ ਉਹਨੂੰ ਕੀ ਕਰੂਗੀ ਇਨਕਰੀਜ਼ ਕਰ ਦੂਗੀ। ਠੀਕ ਹੈ ਜੀ ਇਸ ਕੇਸ ਦੇ ਵਿੱਚ ਵੀ ਜਿਹੜੀ ਆਪਣੀ ਆਰਬੀਆਈ ਆ ਉਹ ਬੈਂਕ ਰੇਟ ਨੂੰ ਕੀ ਕਰੂਗੀ ਇਨਕਰੀਜ਼ ਕਰੂਗੀ। ਉਸ ਕੇਸ ਦੇ ਵਿੱਚ ਹੁਣ ਕਮਰਸ਼ੀਅਲ ਬੈਂਕਾਂ ਦੇ ਲਈ ਕੀ ਹੈ ਜਦੋਂ ਬੈਂਕ ਰੇਟ ਇਨਕਰੀਜ਼ ਹੋ ਗਿਆ ਤਾਂ ਕਾਸਟ ਕੀ ਹੋ ਜਾਣੀ ਹੈ ਮਤਲਬ ਕਮਰਸ਼ੀਅਲ ਬੈਂਕਾਂ ਨੂੰ ਲੋਨ ਦੇ ਮਤਲਬ ਜੋ ਲੋਨ ਲੈਣਾ ਉਹ ਇਨਕਰੀਜ਼ ਹੋ ਜੂਗੀ। ਹੁਣ ਅੱਗੇ ਕਮਰਸ਼ੀਅਲ ਬੈਂਕਾਂ ਨੇ ਕੀ ਆ ਪਬਲਿਕ ਨੂੰ ਲੋਨ ਦੇਣਾ ਹੁੰਦਾ ਉਹਦੇ ਉੱਪਰ ਵੀ ਮਾਰਕੀਟ ਰੇਟ ਉਹ ਜਿਹੜਾ ਇੰਟਰਸਟ ਉਹ ਚਾਰਜ ਕੀਤਾ ਜਾਂਦਾ। ਹੁਣ ਜਦੋਂ ਬੈਂਕ ਰੇਟ ਦੇ ਆ ਜਿਹੜਾ ਆਪਣਾ ਬੈਂਕ ਰੇਟ ਉਹ ਇਨਕਰੀਜ਼ ਹੋ ਗਿਆ ਤਾਂ ਇਸ ਕੇਸ ਦੇ ਵਿੱਚ ਵੀ ਜਿਹੜੀਆਂ ਕਮਰਸ਼ੀਅਲ ਬੈਂਕਾਂ ਨੇ ਉਹ ਮਾਰਕੀਟ ਰੇਟ ਆਫ ਇੰਟਰਸਟ ਨੂੰ ਕੀ ਕਰਨਗੀਆਂ ਇਨਕਰੀਜ਼ ਕਰਨਗੀਆਂ ਕਿਉਂਕਿ ਉਹਨਾਂ ਨੇ ਵੀ ਆਪਣੀ ਕਾਸਟ ਨੂੰ ਕੀ ਕਰਨਾ ਜੀ ਕਵਰ ਕਰਨਾ ਜਦੋਂ ਇਧਰੋਂ ਲੋਨ ਲਿਆ ਹੋਇਆ ਤੇ ਉਹਨਾਂ ਨੇ ਆਪਦਾ ਬੈਨੀਫਿਟ ਵੀ ਕੱਢਣਾ। ਤਾਂ ਇਸ ਕੇਸ ਦੇ ਵਿੱਚ ਕਮਰਸ਼ੀਅਲ ਬੈਂਕਾਂ ਕੀ ਕਰਨਗੀਆਂ ਜਿਹੜਾ ਮਾਰਕੀਟ ਆਫ ਇੰਟਰਸਟ ਉਹ ਵੀ ਇਨਕਰੀਜ਼ ਹੋ ਜਾਊਗਾ ਜੀ। ਉਹਦੇ ਇਨਕਰੀਜ਼ ਹੋਣ ਦੇ ਨਾਲ ਜਿਹੜੀ ਡਿਮਾਂਡ ਆ ਆਫ ਜਿਹੜੀ ਲੋਨ ਆ ਉਹਦੀ ਕੀ ਹੋ ਜਾਣੀ ਹੈ ਜੀ ਡਿਕਰੀਜ਼ ਹੋ ਜਾਣੀ ਕਿਉਂਕਿ ਇਸ ਕੇਸ ਦੇ ਵਿੱਚ ਜਿਹੜੀ ਕਾਸਟ ਆਫ ਆਪਣੀ ਕੈਪੀਟਲ ਆਊਗੀ ਹੈ ਇਨਕਰੀਜ਼ ਹੋ ਜਾਣੀ ਹੈ। ਉਸ ਕੇਸ ਦੇ ਵਿੱਚ ਜਿਹੜੀ ਡਿਮਾਂਡ ਆ ਲੋਨ ਦੀ ਉਹ ਕੀ ਹੋ ਜੂਗੀ ਡਿਕਰੀਜ਼ ਹੋ ਜੂਗੀ। ਉਹਦੇ ਡਿਕਰੀਜ਼ ਹੋਣ ਦੇ ਨਾਲ ਜਿਹੜਾ ਕੰਟਰੀ ਦੇ ਵਿੱਚ ਫਲੋ ਆ ਮਨੀ ਦਾ ਉਹ ਕੀ ਹੋਊਗਾ ਘਟੂਗਾ। ਤਾਂ ਉਹਦੇ ਘਟਣ ਦੇ ਕਾਰਨ ਇਕਨੋਮੀ ਦੇ ਵਿੱਚ ਕਿਹੜੀ ਪ੍ਰੋਬਲਮ ਕਰੈਕਟ ਹੋਣੀ ਹੈ ਆਪਣੀ ਇਨਫਲੇਸ਼ਨ ਦੀ ਪ੍ਰੋਬਲਮ ਕੀ ਹੋਊਗੀ ਕਰੈਕਟ ਹੋਊਗੀ। ਹੁਣ ਮੰਨ ਲਓ ਇਕਨੋਮੀ ਦੇ ਵਿੱਚ ਕੀ ਹੈ ਡਿਫਲੇਸ਼ਨ। ਡਿਫਲੇਸ਼ਨ ਕੀ ਆ ਵੀ ਡਿਮਾਂਡ ਘੱਟ ਹੈ ਇਕਨੋਮੀ ਦੇ ਵਿੱਚ ਆਪਾਂ ਨੇ ਡਿਮਾਂਡ ਕੀ ਕਰਨੀ ਹੈ ਇਨਕਰੀਜ਼ ਕਰਨੀ ਹੈ। ਤਾਂ ਇਸ ਕੇਸ ਦੇ ਵਿੱਚ ਜਿਹੜਾ ਆਪਣਾ ਬੈਂਕ ਰੇਟ ਆ ਉਹ ਆਰਬੀਆਈ ਦੁਆਰਾ ਕੀ ਕੀਤਾ ਜਾਊਗਾ ਘਟਾਇਆ ਜਾਊਗਾ ਕਿਉਂਕਿ ਜਿਹੜਾ ਬੈਂਕ ਰੇਟ ਆ ਉਹ ਸੈਟ ਕਿਹਦੇ ਦੁਆਰਾ ਕੀਤਾ ਜਾਂਦਾ ਵਾ ਆਰਬੀਆਈ ਦੁਆਰਾ। ਤਾਂ ਹੁਣ ਇਕਨੋਮੀ ਦੇ ਵਿੱਚ ਡਿਫਲੇਸ਼ਨ ਆ ਤਾਂ ਜਿਹੜੀ ਆਪਣੀ ਆਰਬੀਆਈ ਆ ਉਹ ਕੰਟਰੀ ਦੇ ਵਿੱਚ ਆਪਣਾ ਜਿਹੜਾ ਬੈਂਕ ਰੇਟ ਆ ਉਹਨੂੰ ਕੀ ਕਰੂਗੀ ਡਿਕਰੀਜ਼ ਕਰੂਗੀ। ਤਾਂ ਬੈਂਕ ਰੇਟ ਦੇ ਡਿਕਰੀਜ਼ ਹੋਣ ਦੇ ਨਾਲ ਜਿਹੜਾ ਆਪਣਾ ਮਾਰਕੀਟ ਆਫ ਇੰਟਰਸਟ ਆ ਉਹ ਵੀ ਆਪਣਾ ਕੀ ਹੋ ਜਾਣਾ ਜੀ ਡਿਕਰੀਜ਼ ਹੋ ਜਾਣਾ। ਤਾਂ ਉਹਦੇ ਡਿਕਰੀਜ਼ ਹੋਣ ਦੇ ਨਾਲ ਜਿਹੜੀ ਡਿਮਾਂਡ ਆ ਆਪਣੀ ਲੋਨ ਦੀ ਉਹ ਕੀ ਹੋ ਜਾਣੀ ਆ ਵੱਧ ਜਾਣੀ ਹੈ ਕਿਉਂਕਿ ਇੱਥੇ ਆਪਣੀ ਜਿਹੜੀ ਕਾਸਟ ਆ ਉਹ ਘੱਟ ਪਊਗੀ ਲੋਨ ਲੈਣ ਦੀ ਆਪਾਂ ਨੂੰ ਇੰਟਰਸਟ ਘੱਟ ਪੇ ਕਰਨਾ ਪਊਗਾ। ਤੇ ਇਹਦੇ ਨਾਲ ਕੀ ਆ ਜਿਹੜੀ ਆਪਣੀ ਡਿਮਾਂਡ ਆ ਲੋਨ ਦੀ ਜ਼ਿਆਦਾ ਹੋ ਜਾਣੀ ਹੈ ਤਾਂ ਕੰਟਰੀ ਦੇ ਵਿੱਚ ਜਿਹੜਾ ਫਲੋ ਆ ਮਨੀ ਦਾ ਉਹ ਕੀ ਹੋਊਗਾ ਜ਼ਿਆਦਾ ਹੋਊਗਾ। ਤਾਂ ਉਹਦੇ ਜ਼ਿਆਦਾ ਹੋਣ ਦੇ ਨਾਲ ਕੰਟਰੀ ਦੀ ਜਿਹੜੀ ਡਿਮਾਂਡ ਆ ਉਹ ਆਪਾਂ ਕੀ ਆ ਇਨਕਰੀਜ਼ ਹੋ ਸਕਦੀ ਆ ਉਹ ਇਨਕਰੀਜ਼ ਕਰ ਸਕਦੇ ਆ। ਜਦੋਂ ਡਿਮਾਂਡ ਇਨਕਰੀਜ਼ ਹੋਊਗੀ ਤਾਂ ਉਹਦੇ ਨਾਲ ਇਕਨੋਮੀ ਦੇ ਵਿੱਚ ਕੀ ਕਰੈਕਟ ਹੋ ਜਾਊਗਾ ਜੀ ਡਿਫਲੇਸ਼ਨ ਕਰੈਕਟ ਹੋ ਜਾਊਗਾ। ਤਾਂ ਇਸ ਤਰੀਕੇ ਨਾਲ ਜਿਹੜੀ ਆਰਬੀਆਈ ਆ ਉਹ ਬੈਂਕ ਰੇਟ ਦੇ ਥਰੂ ਕੰਟਰੀ ਦੇ ਵਿੱਚ ਜਿਹੜਾ ਆਪਣਾ ਮਨੀ ਸਪਲਾਈ ਆ ਉਹਨੂੰ ਕੀ ਕਰਦੀ ਹੈ ਜੀ ਕੰਟਰੋਲ ਕਰਦੀ ਹੈ। ਉਸ ਤੋਂ ਬਾਅਦ ਆ ਗਿਆ ਆਪਣਾ ਦੂਸਰਾ ਪੁਆਇੰਟ ਉਹ ਹੈਗਾ ਜੀ ਆਪਣਾ ਓਪਨ ਮਾਰਕੀਟ ਆਪਰੇਸ਼ਨ। ਓਪਨ ਮਾਰਕੀਟ
ऑपरेशंस। ਇਹਦਾ ਮਤਲਬ ਕੀ ਹੈ ਜੀ? ਹੁਣ ਇਹਦੇ ਵਿੱਚ ਕੀ ਆ ਵੀ ਜਿਹੜੀ ਆਰਬੀਆਈ ਆ ਉਹ ਗਵਰਨਮੈਂਟ ਦੇ ਬਿਹਾਫ ਦੇ ਉੱਪਰ ਜਿਹੜੀਆਂ ਸਿਕਿਉਰਿਟੀ ਜਾਂ ਸੇਲ ਪਰਚੇਸ ਕਰਦੀ ਆ ਓਪਨ ਮਾਰਕੀਟ ਦੇ ਵਿੱਚ, ਜਿਹੜੀ ਆਪਣੀ ਆਰਬੀਆਈ ਆ ਬਿਹਾਫ ਆਫ ਗਵਰਨਮੈਂਟ, ਉਹਦੇ ਗਵਰਨਮੈਂਟ ਦੇ ਬਿਹਾਫ ਤੇ ਕੀ ਕਰਦੀ ਆ ਕੰਟਰੀ ਦੇ ਵਿੱਚ ਸੇਲ ਐਂਡ ਪਰਚੇਸ ਕਰਦੀ ਆ ਜਿਹੜੀਆਂ ਆਪਣੀਆਂ ਸਿਕਿਉਰਿਟੀਜ਼ ਨੇ ਇਨ ਓਪਨ ਮਾਰਕੀਟ ਦੇ ਵਿੱਚ। ਤਾਂ ਹੁਣ ਇਸ ਦੇ ਨਾਲ ਵੀ ਕੰਟਰੀ ਦੇ ਵਿੱਚ ਜਿਹੜਾ ਫਲੋ ਆ ਉਹ ਕੀ ਕੀਤਾ ਜਾਂਦਾ ਵਾ ਜੀ? ਕੰਟਰੋਲ ਕੀਤਾ ਜਾਂਦਾ ਵਾ। ਤਾਂ ਉਹ ਕਿਵੇਂ ਕੰਟਰੋਲ ਕਰਦਾ? ਹੁਣ ਦੇਖ ਕੇ ਮੰਨ ਕੇ ਚੱਲੋ ਵੀ ਆਪਾਂ ਵੀ ਜਿਹੜੀ ਆਰਬੀਆਈ ਆ ਉਹ ਕੰਟਰੀ ਦੇ ਵਿੱਚੋਂ ਕੀ ਕਰ ਰਹੀ ਆ? ਪਰਚੇਸ ਕਰ ਰਹੀ ਆ ਸਿਕਿਉਰਿਟੀ। ਹੁਣ ਇੱਧਰ ਮੰਨ ਕੇ ਚੱਲੋ ਵੀ ਉਹ ਆਪਣੀ ਕੀ ਆ ਮਾਰਕੀਟ, ਤਾਂ ਮਾਰਕੀਟ ਦੇ ਵਿੱਚੋਂ ਜਦੋਂ ਸਿਕਿਉਰਿਟੀਜ਼ ਪਰਚੇਸ ਕਰੂ ਤਾਂ ਕੰਟਰੀ ਦੇ ਵਿੱਚ ਆਰਬੀਆਈ ਦੁਆਰਾ ਕੀ ਪੈਸਾ ਕਿੱਧਰ ਜਾਣਾ ਜੀ? ਮਨੀ ਦਾ ਮਾਰਕੀਟ ਦੇ ਵਿੱਚ ਆਊਗੀ। ਠੀਕ ਹੈ ਜੀ। ਜਦੋਂ ਆਰਬੀਆਈ ਪਰਚੇਸ ਕਰੂਗੀ ਮਾਰਕੀਟ ਦੇ ਵਿੱਚ ਜਿਹੜੀਆਂ ਆਪਣੀਆਂ ਸਿਕਿਉਰਿਟੀਜ਼ ਵਗੈਰਾ ਨੇ, ਤਾਂ ਉਹਦੇ ਨਾਲ ਜਿਹੜਾ ਫਲੋ ਆ ਆਪਣਾ ਕੀ ਆ ਕੰਟਰੀ ਦੇ ਵਿੱਚ ਹੋਊਗਾ, ਜਿਹਨਾਂ ਫਲੋ ਕੀ ਹੋਊਗਾ? ਮਨੀ ਦਾ ਜ਼ਿਆਦਾ ਹੋਊਗਾ। ਤਾਂ ਇਸ ਕੇਸ ਦੇ ਵਿੱਚ ਆਪਣਾ ਕਰੈਕਟ ਕੀ ਹੋਊਗਾ ਜੀ? ਡਿਫਲੇਸ਼ਨ। ਤਾਂ ਕੰਟਰੀ ਦੀ ਆਰਬੀਆਈ ਆ ਉਹ ਪਰਚੇਸ ਕਰੂਗੀ ਸਿਕਿਉਰਿਟੀ ਜਦੋਂ ਕੰਟਰੀ ਦੇ ਵਿੱਚ ਕੀ ਹੋਊਗਾ ਜੀ? ਡਿਫਲੇਸ਼ਨ ਹੋਊਗਾ, ਕਿਉਂਕਿ ਉਹਦੇ ਨਾਲ ਫਲੋ ਆ ਕੀ ਹੋ ਜਾਣਾ ਵਾ? ਜ਼ਿਆਦਾ ਹੋ ਜਾਣਾ, ਜਿਹਨਾਂ ਡਿਮਾਂਡ ਆਪਾਂ ਇਨਕਰੀਜ਼ ਕਰ ਸਕਦੇ। ਹੁਣ ਇਹਦੇ ਉਲਟ ਕਰੋ ਵੀ ਇਹ ਇਕਨੋਮੀ ਦੇ ਵਿੱਚ ਇਨਫਲੇਸ਼ਨ ਆ, ਤਾਂ ਮਤਲਬ ਆਪਣੇ ਡਿਮਾਂਡ ਨੂੰ ਕੀ ਕਰਨਾ? ਘੱਟ ਕਰਨਾ, ਜਿਹੜਾ ਮਨੀ ਦਾ ਫਲੋ ਨੂੰ ਕੰਟਰੋਲ ਕਰਨਾ ਆਪਾਂ ਨੇ, ਘਟਾਉਣਾ ਵਾ। ਤਾਂ ਉਹ ਕੀ ਆ? ਆਰਬੀਆਈ ਉਸ ਤੋਂ ਬਾਅਦ ਉਹ ਸਿਕਿਉਰਿਟੀਜ਼ ਕੀ ਕਰੂਗੀ? ਆਪਣੀ ਸੇਲ ਕਰੂਗੀ। ਜਦੋਂ ਸੇਲ ਕਰੂਗੀ ਤਾਂ ਹੁਣ ਪੈਸਾ ਕਿੱਧਰ ਆਊਗਾ ਜੀ? ਉਹ ਇੱਧਰ ਆਊਗਾ ਆਪਣੇ, ਜਿਹੜੀ ਆਪਣੀ ਆਰਬੀਆਈ ਹੈ, ਕਿਉਂਕਿ ਸੇਲ ਕਰੂਗੀ ਤਾਂ ਮਾਰਕੀਟ ਦੇ ਵਿੱਚੋਂ ਜਿਹੜਾ ਪੈਸਾ ਉਹ ਕਿੱਧਰ ਨੂੰ ਆਊਗਾ? ਜੋ ਆਪਣੀ ਮਨੀ ਆ ਉਹ ਆਰਬੀਆਈ ਦੇ ਨਹੀਂ ਚਲੇ ਜਾਣੀ, ਤੇ ਇੱਧਰ ਕੀ ਆ? ਮਾਰਕੀਟ ਦੇ ਵਿੱਚ ਜਿਹੜਾ ਪੈਸੇ ਦਾ ਫਲੋ ਕੀ ਹੋ ਜਾਣਾ? ਘਟ ਜਾਣਾ। ਤਾਂ ਫਲੋ ਘਟੂਗਾ ਤਾਂ ਉਸ ਕੇਸ ਦੇ ਵਿੱਚ ਜਿਹੜਾ ਆਪਣਾ ਕੰਟਰੀ ਦੇ ਵਿੱਚ ਕੀ ਹੈ ਜੀ? ਇਨਫਲੇਸ਼ਨ ਆ ਜਿਹੜਾ ਉਹਨੂੰ ਆਪਾਂ ਕੀ ਕਰ ਸਕਦੇ ਆ? ਕਰੈਕਟ ਕਰ ਸਕਦੇ ਆ। ਤੇ ਹੁਣ ਕਰਾਂਗੇ ਜੀ ਆਪਾਂ ਰੈਪੋ ਰੇਟ। ਰੈਪੋ ਰੇਟ ਉਹ ਰੇਟ ਹੁੰਦਾ ਜੀ ਜਿਹੜੇ ਰੇਟ ਤੇ ਆਰਬੀਆਈ ਲੋਨ ਦਿੰਦੀ ਆ ਕਮਰਸ਼ੀਅਲ ਬੈਂਕਾਂ ਨੂੰ ਬਟ ਸ਼ਾਰਟ ਟਰਮ ਦੇ ਲਈ, ਦਾ ਰੇਟ ਐਟ ਵਿੱਚ ਆਰਬੀਆਈ ਆਫਰ ਲੋਨ। ਹੁਣ ਇੱਥੇ ਮੈਂ ਸਿਰਫ ਮਤਲਬ ਆਪਾਂ ਨੇ ਕੀਆ ਆਫਰ ਲੋਨ, ਉਹਦਾ ਕਾਰਨ ਇਹ ਹੈ ਵੀ ਜੇ ਆਪਾਂ ਲਿਖਦਾ ਕਿ ਜੋ ਆਰਬੀਆਈ ਲੋਨ ਪ੍ਰੋਵਾਈਡ ਕਰਦੇ ਆ ਕਮਰਸ਼ੀਅਲ ਬੈਂਕਾਂ ਨੂੰ ਜਿਹੜੇ ਰੇਟ ਤੇ, ਕਿਉਂਕਿ ਬੈਂਕ ਰੇਟ ਦੇ ਵਿੱਚ ਵੀ ਆਪਾਂ ਨਹੀਂ ਪੜਿਆ ਸੀ, ਬਟ ਬੈਂਕ ਰੇਟ ਦੇ ਵਿੱਚ ਜੋ ਜਿਹੜੇ ਰੇਟ ਤੇ ਆਰਬੀਆਈ ਲੋਨ ਦਿੰਦੀ ਆ ਕਮਰਸ਼ੀਅਲ ਬੈਂਕਾਂ ਨੂੰ ਉਹ ਹੁੰਦਾ ਜੀ ਲੌਂਗ ਟਰਮ ਦੇ ਲਈ। ਤਾਂ ਇੱਥੇ ਜੋ ਆਪਣਾ ਪੁਆਇੰਟ ਮਿਸਿੰਗ ਆ ਉਹ ਦੇਖਣਾ ਜੀ। ਹੁਣ ਆਪਾਂ ਨੇ ਕਿਉਂਕਿ ਇੱਥੇ ਕੀ ਵਾਰ ਕਨਫਿਊਜ਼ਨ ਹੋ ਜਾਂਦੀ ਹੈ, ਤਾਂ ਇਹ ਪਹਿਲਾ ਪੁਆਇੰਟ ਆਪਣੇ ਨਹੀਂ ਲਿਖਿਆ। ਇਹਦੇ ਦਾ ਰੇਟ ਐਟ ਵਿੱਚ ਆਰਬੀਆਈ ਆਫਰ ਸ਼ਾਰਟ ਟਰਮ ਲੋਨ ਪ੍ਰੋਵਾਈਡ ਕਰਦੀ ਆ ਕਮਰਸ਼ੀਅਲ ਬੈਂਕਾਂ ਨੂੰ ਬਾਈ ਦਾ ਗਵਰਨਮੈਂਟ ਦੀਆਂ ਸਿਕਿਉਰਿਟੀ ਨੇ ਵੀ ਉਹਨਾਂ ਨੂੰ ਖਰੀਦ ਕੇ ਉਹ ਕੀ ਕਰਦੀ ਆ? ਮਤਲਬ ਲੋਨ ਪ੍ਰੋਵਾਈਡ ਕਰਦੀ ਹੈ ਜਿਹੜੇ ਰੇਟ ਤੇ ਆਰਬੀਆਈ ਕਮਰਸ਼ੀਅਲ ਬੈਂਕਾਂ ਨੂੰ ਸ਼ਾਰਟ ਟਰਮ ਦਾ ਲੋਨ ਪ੍ਰੋਵਾਈਡ ਕਰਦੀ ਹੈ, ਉਹਨੂੰ ਆਪਾਂ ਕੀ ਕਹਿੰਦੇ ਆ? ਰੈਪੋ ਰੇਟ ਕਹਿੰਦੇ ਆ। ਤਾਂ ਹੁਣ ਇਹਦੇ ਵਿੱਚ ਵੀ ਕੀ ਆ ਵੀ ਜਦੋਂ ਮਤਲਬ ਇਕਨੋਮੀ ਦੇ ਵਿੱਚ ਕੀ ਆ? ਇਨਫਲੇਸ਼ਨ ਆ, ਤਾਂ ਇਨਫਲੇਸ਼ਨ ਦੇ ਕੇਸ ਦੇ ਵਿੱਚ ਜਿਹੜੀ ਆਪਣੀ ਆਰਬੀਆਈ ਆ ਉਹ ਜਿਹੜਾ ਆਪਣਾ ਰੈਪੋ ਰੇਟ ਆ ਉਹਨੂੰ ਕੀ ਕਰੂਗੀ ਜੀ? ਇਨਕਰੀਜ਼ ਕਰੂਗੀ। ਜੋ ਰੈਪੋ ਰੇਟ ਇਨਕਰੀਜ਼ ਹੋ ਗਿਆ ਤਾਂ ਜਿਹੜਾ ਆਪਣੀ ਕਾਸਟ ਆਫ ਕੈਪੀਟਲ ਆ ਜਾਂ ਆਪਣੀ ਜਿਹੜੀ ਕਾਸਟ ਆ ਲੋਨ ਦੀ ਉਹ ਕੀ ਹੋ ਜਾਣੀ ਆ? ਇਨਕਰੀਜ਼ ਹੋ ਜਾਣੀ, ਜਿਸ ਕਾਰਨ ਵੀ ਜਿਹੜੀ ਆਪਣਾ ਕਮਰਸ਼ੀਅਲ ਬੈਂਕਾਂ ਨੇ ਉਹ ਕੰਟਰੀ ਦੇ ਵਿੱਚ ਜਿਹੜਾ ਆਪਣਾ ਉਹਨਾਂ ਕੋਲ ਜਿਹੜਾ ਫਲੋ ਆ, ਜਿਹਦੇ ਕਾਰਨ ਆਪਣਾ ਕੰਟਰੀ ਦੇ ਵਿੱਚ ਜਿਹੜਾ ਫਲੋ ਆ ਉਹ ਕੀ ਹੋਊਗਾ ਜੀ? ਰਿਡਿਊਸ ਹੋਊਗਾ। ਉਹਦੇ ਰਿਡਿਊਸ ਹੋਣ ਦੇ ਨਾਲ ਕੰਟਰੀ ਦੇ ਵਿੱਚ ਆਪਾਂ ਕੀ ਕਰੈਕਟ ਕਰ ਸਕਦੇ ਜੀ? ਇਨਫਲੇਸ਼ਨ ਜੋ ਆਰਬੀਆਈ ਦੁਆਰਾ ਕਰਿਆ ਜਾਊਗਾ ਵੀ ਜਦੋਂ ਇਕਨੋਮੀ 'ਚ ਇਨਫਲੇਸ਼ਨ ਦਾ ਰੈਪੋ ਰੇਟ ਇਨਕਰੀਜ਼ ਕੀਤਾ ਜਾਊਗਾ, ਜਿਨ੍ਹਾਂ ਨੂੰ ਕਾਸਟ ਆਫ ਕੈਪੀਟਲ ਜਿਹੜਾ ਆਪਣਾ ਲੋਨ ਦੀ ਜਿਹੜੀ ਮਤਲਬ ਕਾਸਟ ਉਹ ਕੀ ਹੋ ਜਾਣੀ ਆ? ਵੱਧ ਜਾਣੀ ਆ, ਜਿਹਦੇ ਕਾਰਨ ਜਿਹੜੀ ਡਿਮਾਂਡ ਉਹਦੀ ਘੱਟ ਹੋਊਗੀ। ਤਾਂ ਕੰਟਰੀ ਦੇ ਵਿੱਚ ਵੀ ਜਿਹੜਾ ਫਲੋ ਆ ਉਹ ਕੀ ਹੋਊਗਾ? ਘਟੂਗਾ ਮਨੀ ਦਾ। ਉਹਦੇ ਘਟਣ ਦੇ ਨਾਲ ਕੀ ਹੋਊਗਾ? ਇਕਨੋਮੀ ਦੇ ਵਿੱਚ ਕੀ ਆਪਾਂ ਕੀ ਕਰੈਕਟ ਕਰ ਸਕਦੇ ਆ? ਇਨਫਲੇਸ਼ਨ। ਹੁਣ ਮੰਨ ਲਓ ਇਕਨੋਮੀ ਦੇ ਵਿੱਚ ਕੀ ਹੈ ਜੀ? ਡਿਫਲੇਸ਼ਨ ਆ। ਡਿਫਲੇਸ਼ਨ ਦੇ ਕੇਸ ਦੇ ਵਿੱਚ ਜਿਹੜਾ ਰੈਪੋ ਰੇਟ ਆ ਆਰਬੀਆਈ ਦੁਆਰਾ ਕੀ ਕੀਤਾ ਜਾਊਗਾ? ਰਿਡਿਊਸ ਕੀਤਾ ਜਾਊਗਾ। ਉਹਦੇ ਰਿਡਿਊਸ ਹੋਣ ਦੇ ਨਾਲ ਵੀ ਜਿਹੜੀ ਆਪਣੀ
मतलब कॉस्ट आ वो मतलब जी लोन दी की हो जानी है रिड्यूस हो जानी है तो ਉਹਦੇ ਨਾਲ ਜਿਹੜੀ ਡਿਮਾਂਡ ਆ ਉਹਦੀ ਜ਼ਿਆਦਾ ਹੋਊਗੀ ਤਾਂ ਤੇਰਾ ਮਾਰਕੀਟ ਦੇ ਵਿੱਚ ਵੀ ਜਿਹੜਾ ਬੈਂਕਾਂ ਨੇ ਕਮਰਸ਼ੀਅਲ ਬੈਂਕਾਂ ਉਹਨਾਂ ਕੋਲੇ ਜ਼ਿਆਦਾ ਕਪੈਸਿਟੀ ਹੋਊਗੀ ਕੰਟਰੀ ਦੇ ਵਿੱਚ ਲੋਨ ਨੂੰ ਜਨਰੇਟ ਕਰਨ ਦੀ ਜਿੰਨਾ ਪੈਸਾ ਜ਼ਿਆਦਾ ਜਨਰੇਟ ਕਰਨਗੀਆਂ ਕੰਟਰੀ ਦੇ ਵਿੱਚ ਫਲੋ ਉਹਨਾਂ ਵਧੂਗਾ ਜੀ ਫਲੋ ਵਧਣ ਦੇ ਨਾਲ ਆਪਾਂ ਕੀ ਕਰੈਕਟ ਕਰ ਸਕਦੇ ਹਾਂ ਡਿਫਲੇਸ਼ਨ ਕਿਉਂਕਿ ਕੰਟਰੀ ਦੇ ਵਿੱਚ ਡਿਫਲੇਸ਼ਨ ਦੀ ਡਿਮਾਂਡ ਘੱਟ ਆ ਡਿਮਾਂਡ ਆਪਾਂ ਨੇ ਕੀ ਕਰਨੀ ਹੈ ਜੀ ਇਨਕਰੀਜ਼ ਕਰਨੀ ਆ ਤੇ ਇਸ ਕੇਸ ਦੇ ਵਿੱਚ ਕੀ ਆਪਾਂ ਡਿਮਾਂਡ ਨੂੰ ਵਧਾ ਸਕਦੇ ਹਾਂ ਜਿਹਦੇ ਕਾਰਨ ਇਕਨੋਮੀ ਦੇ ਵਿੱਚ ਕੀ ਆਪਣਾ ਜਿਹੜਾ ਡਿਫਲੇਸ਼ਨ ਨੂੰ ਆਪਾਂ ਕੀ ਕਰ ਸਕਦੇ ਹਾਂ ਕਰੈਕਟ ਕਰ ਸਕਦੇ ਹਾਂ ਹੁਣ ਆਪਾਂ ਕਰਾਂਗੇ ਜੀ ਰਿਵਰਸ ਰੈਪੋ ਰੇਟ ਜਿਹਦੇ ਵਿੱਚ ਵੀ ਜਿਹੜੀ ਆਪਣੀ ਆਰਬੀਆਈ ਆ ਉਹ ਅਸੈਪਟ ਕਰਦੀ ਹੈ ਜਿਹੜਾ ਲੋਨ ਆ ਕਮਰਸ਼ੀਅਲ ਬੈਂਕਾਂ ਤੋਂ ਤਾਂ ਹੁਣ ਕਹਿੰਦੇ ਇਕਨੋਮੀ ਦੇ ਜਿਹੜੇ ਰੇਟ ਤੇ ਆਰਬੀਆਈ ਅਸੈਪਟ ਕਰਦੀ ਆ ਲੋਨ ਕਮਰਸ਼ੀਅਲ ਬੈਂਕਾਂ ਨੂੰ ਆਪਾਂ ਕੀ ਕਹਿੰਦੇ ਰਿਵਰਸ ਰੈਪੋ ਰੇਟ ਕਹਿੰਦੇ ਆ ਰੈਪੋ ਰੇਟ ਦੇ ਵਿੱਚ ਕੀ ਹੋ ਰਿਹਾ ਸੀ ਆਰਬੀਆਈ ਲੋਨ ਦੇ ਰਹੀ ਸੀ ਕਮਰਸ਼ੀਅਲ ਬੈਂਕਾਂ ਨੂੰ ਸ਼ਾਰਟ ਟਰਮ ਦੇ ਲਈ ਉਰੇ ਆਰਬੀਆਈ ਲੋਨ ਅਸੈਪਟ ਕਰਦੀ ਹੈ ਕਮਰਸ਼ੀਅਲ ਬੈਂਕਾਂ ਤੋਂ ਜੇ ਰੇਟ ਤੇ ਅਸੈਪਟ ਕਰਨ ਨੂੰ ਆਪਾਂ ਕੀ ਕਹਿੰਦੇ ਰਿਵਰਸ ਰੈਪੋ ਰੇਟ ਕਹਿੰਦੇ ਆ ਹੁਣ ਮੰਨ ਲਓ ਇਕਨੋਮੀ ਦੇ ਵਿੱਚ ਕੀ ਹੈ ਜੀ ਇਨਫਲੇਸ਼ਨ ਆ ਤਾਂ ਇਨਫਲੇਸ਼ਨ ਦੇ ਕੇਸ ਦੇ ਵਿੱਚ ਵੀ ਜਿਹੜਾ ਆਪਣਾ ਰਿਵਰਸ ਰੈਪੋ ਰੇਟ ਆ ਉਹ ਇਨਕਰੀਜ਼ ਕੀਤਾ ਜਾਊਗਾ ਜੀ ਆਰਬੀਆਈ ਦੁਆਰਾ ਉਹਦਾ ਰੀਜ਼ਨ ਕੀ ਆ ਵੀ ਇਸ ਕੇਸ ਦੇ ਵਿੱਚ ਕਮਰਸ਼ੀਅਲ ਬੈਂਕਾਂ ਇਨਕਰੀਜ਼ ਹੋਣਗੀਆਂ ਵੀ ਉਹ ਜ਼ਿਆਦਾ ਲੋਨ ਜਿਹੜਾ ਕਿਹਨੂੰ ਦੇਣ ਆਰਬੀਆਈ ਨੂੰ ਕਿਉਂਕਿ ਇਸ ਕੇਸ ਦੇ ਵਿੱਚ ਕੀ ਹੋਊਗਾ ਵੀ ਜਿਹੜਾ ਕਮਰਸ਼ੀਅਲ ਬੈਂਕਾਂ ਨੂੰ ਜ਼ਿਆਦਾ ਇਨਕਮ ਹੋਊਗੀ ਥਰੂ ਆਪਣਾ ਜਿਹੜਾ ਇੰਟਰਸਟ ਆ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਜਦੋਂ ਜ਼ਿਆਦਾ ਲੋਨ ਇੱਧਰ ਆਊਗਾ ਤਾਂ ਜਿਹੜਾ ਕਮਰਸ਼ੀਅਲ ਬੈਂਕਾਂ ਕੋਲੇ ਜਿਹੜੀ ਕਪੈਸਿਟੀ ਆ ਮਾਰਕੀਟ ਦੇ ਵਿੱਚ ਪੈਸੇ ਨੂੰ ਮਤਲਬ ਲੈਣ ਕਰਨ ਦੀ ਉਹ ਕੀ ਹੋ ਜਾਣੀ ਆ ਰਿਡਿਊਸ ਹੋ ਜਾਣੀ ਠੀਕ ਹੈ ਜੀ ਤਾਂ ਇਸ ਕੇਸ ਦੇ ਵਿੱਚ ਕੀ ਹੋਊਗਾ ਵੀ ਜਿਹੜਾ ਆਪਣਾ ਫਲੋ ਰਿਡਿਊਸ ਹੋ ਜਾਣਾ ਵਾ ਉਹਦੇ ਰਿਡਿਊਸ ਹੋਣ ਦੇ ਨਾਲ ਕੰਟਰੀ ਦੇ ਵਿੱਚ ਆਪਾਂ ਕੀ ਕਰੈਕਟ ਕਰ ਸਕਦੇ ਹਾਂ ਜੀ ਆਪਾਂ ਇਨਫਲੇਸ਼ਨ ਕਰੈਕਟ ਕਰ ਸਕਦੇ ਹਾਂ ਹੁਣ ਆਪਾਂ ਕਰਾਂਗੇ ਜੀ ਰਿਵਰਸ ਰੈਪੋ ਰੇਟ ਉਹ ਹੁੰਦਾ ਜਦੋਂ ਜਿਹੜੀ ਆਪਣੀ ਆਰਬੀਆਈ ਆ ਉਹ ਲੋਨ ਅਸੈਪਟ ਕਰਦੀ ਆ ਕਮਰਸ਼ੀਅਲ ਬੈਂਕਾਂ ਤੋਂ ਜਿਹੜੇ ਰੇਟ ਤੇ ਉਹਨੂੰ ਆਪਾਂ ਰਿਵਰਸ ਰੈਪੋ ਰੇਟ ਕਹਿੰਦੇ ਆ ਇਹਦੇ ਵਿੱਚ ਵੀ ਜੋ ਗਵਰਨਮੈਂਟ ਦੀਆਂ ਸਿਕਿਉਰਿਟੀਆਂ ਨੇ ਉਹਦੇ ਥਰੂ ਹੀ ਜਿਹੜਾ ਆਪਣਾ ਕੀ ਆ ਲੋਨ ਮਤਲਬ ਆਰਬੀਆਈ ਅਸੈਪਟ ਕਰਦੀ ਆ ਤਾਂ ਹੁਣ ਇਹਦੇ ਵਿੱਚ ਕੀ ਆ ਵੀ ਮੰਨ ਲਓ ਇਕਨੋਮੀ ਦੇ ਵਿੱਚ ਇਨਫਲੇਸ਼ਨ ਆ ਤਾਂ ਇਨਫਲੇਸ਼ਨ ਦੇ ਕੇਸ ਦੇ ਵਿੱਚ ਕੀ ਹੋਊਗਾ ਜੀ ਵੀ ਜਿਹੜਾ ਰਿਵਰਸ ਰੈਪੋ ਰੇਟ ਆ ਉਹ ਇਨਕਰੀਜ਼ ਕੀਤਾ ਜਾਊਗਾ ਜਿਹਦੇ ਨਾਲ ਕੰਟਰੀ ਦੇ ਵਿੱਚ ਕਮਰਸ਼ੀਅਲ ਬੈਂਕਾਂ ਜ਼ਿਆਦਾ ਲੋਨ ਕਿਹਨੂੰ ਦੇਣਗੇ ਆਰਬੀਆਈ ਨੂੰ ਕਿਉਂਕਿ ਫਿਰ ਜ਼ਿਆਦਾ ਇਨਕਮ ਹੋਊਗੀ ਥਰੂ ਇੰਟਰਸਟ ਕਮਰਸ਼ੀਅਲ ਬੈਂਕਾਂ ਨੂੰ ਤਾਂ ਜਿਹੜਾ ਕਮਰਸ਼ੀਅਲ ਬੈਂਕਾਂ ਉਹਨਾਂ ਕੋਲ ਜਿਹੜੀ ਕਪੈਸਿਟੀ ਉਹ ਕੀ ਹੋ ਜਾਣੀ ਆ ਆਪਣੀ ਰਿਡਿਊਸ ਹੋ ਜਾਣੀ ਕੰਟਰੀ ਦੇ ਵਿੱਚ ਕਪੈਸਿਟੀ ਜਿਹੜੀ ਮਨੀ ਦੇਣ ਦੀ ਆ ਲੋਕਾਂ ਨੂੰ ਲੋਨ ਦੇਣ ਦੀ ਜਿਹੜੀ ਕਪੈਸਿਟੀ ਉਹ ਰਿਡਿਊਸ ਹੋ ਜਾਣੀ ਆ ਜਿਹਦੇ ਕਾਰਨ ਕੰਟਰੀ ਦੇ ਵਿੱਚ ਆਪਾਂ ਮਤਲਬ ਕੀ ਕਰੈਕਟ ਹੋਊਗਾ ਆਪਣਾ ਇਨਫਲੇਸ਼ਨ ਹੁਣ ਮੰਨ ਲਓ ਕੰਟਰੀ ਦੇ ਵਿੱਚ ਕੀ ਆ ਡਿਫਲੇਸ਼ਨ ਆ ਤਾਂ ਡਿਫਲੇਸ਼ਨ ਦੇ ਵਿੱਚ ਕੀ ਕਰੂਗਾ ਇਹਦਾ ਰਿਵਰਸ ਰੈਪੋ ਰੇਟ ਆ ਉਹ ਕੀ ਕੀਤਾ ਜਾਊਗਾ ਡਿਕਰੀਜ਼ ਕੀਤਾ ਜਾਊਗਾ ਤਾਂ ਇਸ ਕੇਸ ਦੇ ਵਿੱਚ ਕਮਰਸ਼ੀਅਲ ਬੈਂਕਾਂ ਨੇ ਜਿਹੜੀਆਂ ਆਰਬੀਆਈ ਨੂੰ ਘੱਟ ਲੋਨ ਦੇਣਗੀਆਂ ਕਿਉਂਕਿ ਜ਼ਿਆਦਾ ਇਨਕਮ ਹੋਣੀ ਤੋਂ ਇੰਟਰਸਟ ਦੇ ਥਰੂ ਤਾਂ ਇਸ ਕੇਸ ਦੇ ਵਿੱਚ ਜਿਹੜੀ ਕਮਰਸ਼ੀਅਲ ਬੈਂਕਾਂ ਕੋਲ ਆ ਉਹਨਾਂ ਕੋਲ ਇਹਦੀ ਕਪੈਸਿਟੀ ਜ਼ਿਆਦਾ ਹੋਊਗੀ ਮਾਰਕੀਟ ਦੇ ਵਿੱਚ ਲੋਨ ਦੇਣ ਦੀ ਤਾਂ ਇਸ ਕੇਸ ਦੇ ਵਿੱਚ ਜ਼ਿਆਦਾ ਲੋਨ ਦਿੱਤਾ ਜਾਊਗਾ ਤਾਂ ਇਕਨੋਮੀ ਦੇ ਵਿੱਚ ਫਲੋ ਜ਼ਿਆਦਾ ਹੋਊਗਾ ਤਾਂ ਉਸ ਕੇਸ ਦੇ ਵਿੱਚ ਆਪਾਂ ਕੀ ਕਰੈਕਟ ਕਰ ਸਕਦੇ ਹਾਂ ਜੀ ਡਿਫਲੇਸ਼ਨ ਠੀਕ ਹੈ ਇਸ ਤਰੀਕੇ ਨਾਲ ਵੀ ਜਿਹੜੀ ਇਹ ਮਤਲਬ ਆਰਬੀਆਈ ਆ ਕੰਟਰੀ ਦੇ ਵਿੱਚ ਜਿਹੜਾ ਇਨਫਲੇਸ਼ਨ ਡਿਫਲੇਸ਼ਨ ਨੂੰ ਕੀ ਕਰਦੀ ਹੈ ਕੰਟਰੋਲ ਕਰਦੀ ਹੈ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਸੀਆਰਆਰ ਜਿਹਨੂੰ ਆਪਾਂ ਕੀ ਕਹਿੰਦੇ ਆ ਜੀ ਆਪਣੀ ਕੈਸ਼ ਰਿਜ਼ਰਵ ਰੇਸ਼ੋ ਤਾਂ ਕੈਸ਼ ਰਿਜ਼ਰਵ ਰੇਸ਼ੋ ਜਿਹੜੀ ਆਪਣੀ ਆ ਇਹਦਾ ਮਤਲਬ ਕੀ ਹੈ ਕੈਸ਼ ਰਿਜ਼ਰਵ ਰੇਸ਼ੋ ਇਹ ਉਹ ਰੇਸ਼ੋ ਆ ਜਿਹੜਾ ਟੋਟਲ ਪੈਸਾ ਹੈਗਾ ਵਾ ਕਮਰਸ਼ੀਅਲ ਬੈਂਕਾਂ ਕੋਲੇ ਉਹਦਾ ਕੁਝ ਪਰਸੈਂਟ ਆ ਜਿਹੜਾ ਟੋਟਲ ਡਿਪੋਜ਼ਿਟ ਆ ਉਹਦਾ ਕੁਝ ਪਰਸੈਂਟ ਆ ਜਿਹੜਾ ਆਪਣਾ ਪੈਸਾ ਕਿਹਨੂੰ ਜਮ੍ਹਾਂ ਕਰਾਉਣਾ ਹੁੰਦਾ ਜੀ ਆਰਬੀਆਈ ਜਿਹੜਾ ਆਪਣੇ ਕਮਰਸ਼ੀਅਲ ਬੈਂਕਾਂ ਨੇ ਉਹ ਕੁਝ ਪਰਸੈਂਟ ਜਿਹੜਾ ਪੈਸਾ ਵਾ ਜਿਹੜਾ ਉਹਦੇ ਕੋਲੇ ਟੋਟਲ ਜਿੰਨਾ ਵੀ ਪੈਸਾ ਉਹਦਾ ਹੈਗਾ ਵਾ ਉਹਦਾ ਕੁਝ ਪਰਸੈਂਟ ਕਿਹਨੂੰ ਦੇਣਾ ਹੁੰਦਾ ਵਾ ਜੀ ਆਰਬੀਆਈ ਨੂੰ ਤਾਂ ਉਹ ਆਪਾਂ ਕੀ ਕਹਿੰਦੇ ਕੈਸ਼ ਰਿਜ਼ਰਵ ਰੇਸ਼ੋ ਕਹਿੰਦੇ ਜਿਹੜਾ ਕੁਝ ਫੰਡ ਆਰਬੀਆਈ ਕੋਲੇ ਰੱਖਣਾ ਹੁੰਦਾ ਵਾ ਕਮਰਸ਼ੀਅਲ ਬੈਂਕਾਂ ਨੇ ਹੁਣ ਇਕਨੋਮੀ ਦੇ ਵਿੱਚ ਇਨਫਲੇਸ਼ਨ ਆ ਤਾਂ ਜਿਹੜਾ ਆਪਣਾ ਸੀਆਰਆਰ ਆ ਉਹ ਇਨਕਰੀਜ਼ ਕੀਤਾ ਜਾਊਗਾ ਕਿਉਂਕਿ ਜ਼ਿਆਦਾ ਫੰਡ ਫਿਰ ਉੱਧਰ ਰੱਖਣਾ ਪਊਗਾ ਆਰਬੀਆਈ ਕੋਲੇ ਤਾਂ ਕਮਰਸ਼ੀਅਲ ਬੈਂਕਾਂ ਕੋਲੇ ਕਪੈਸਿਟੀ ਘੱਟ ਹੋਊਗੀ ਜਨਰੇਟ ਕਰਨ ਦੀ ਲੋਨ ਕੰਟਰੀ ਦੇ ਵਿੱਚ ਤਾਂ ਉੱਥੇ ਆਪਾਂ ਕੀ ਕਰੈਕਟ ਕਰ ਸਕਦੇ ਹਾਂ ਵੀ ਆਪਣਾ ਜਿਹੜਾ ਇਨਫਲੇਸ਼ਨ ਉਹਨੂੰ ਆਪਾਂ ਕੀ ਕਰਾਂਗੇ ਜੀ ਕਰੈਕਟ ਕਰ ਦਾਂਗੇ ਮੰਨ ਲਓ ਨਾ ਕੰਟਰੀ ਦੇ ਵਿੱਚ ਕੀ ਹੈ ਡਿਫਲੇਸ਼ਨ ਆ ਜੀ ਡਿਫਲੇਸ਼ਨ ਦੇ ਕੇਸ ਦੇ ਵਿੱਚ ਕੀ ਕਰੂਗੀ ਜਿਹੜੀ ਆਪਣੀ ਆਰਬੀਆਈ ਆ ਉਹ ਕੈਸ਼ ਰਿਜ਼ਰਵ ਜਿਹੜਾ ਆਪਣਾ ਕੈਸ਼ ਰਿਜ਼ਰਵ ਰੇਸ਼ੋ ਆ ਉਹਨੂੰ ਕੀ ਕਰੂਗੀ ਡਿਕਰੀਜ਼ ਕਰੂਗੀ ਉਹਦੇ ਡਿਕਰੀਜ਼ ਹੋਣ ਦੇ ਨਾਲ ਕਮਰਸ਼ੀਅਲ ਬੈਂਕਾਂ ਨੂੰ ਘੱਟ ਫੰਡ ਰੱਖਣਾ ਪਊਗਾ ਜੀ ਆਰਬੀਆਈ ਕੋਲੇ ਤਾਂ ਉਸ ਕੇਸ ਦੇ ਵਿੱਚ ਉਹ ਮਾਰਕੀਟ ਦੇ ਵਿੱਚ ਵੱਧ ਪੈਸਾ ਜਨਰੇਟ ਕਰ ਸਕਦੀਆਂ ਨੇ ਕਿਉਂਕਿ ਉਹਦੇ ਕੋਲੇ ਕਪੈਸਿਟੀ ਜ਼ਿਆਦਾ ਹੋਊਗੀ ਤਾਂ ਇਸ ਕੇਸ ਦੇ ਵਿੱਚ ਆਪਣਾ ਕੀ ਕਰੈਕਟ ਹੋ ਸਕਦਾ ਜੀ ਡਿਫਲੇਸ਼ਨ ਅੱਛਾ ਜੀ ਆਪਣਾ ਐਸਐਲਆਰ
ਇਹ ਉਹ ਮਤਲਬ ਰੇਸ਼ੋ ਆ ਵੀ ਜਿਹੜਾ ਟੋਟਲ ਡਿਪੋਜ਼ਿਟ ਦਾ ਕੁਝ ਪਰਸੈਂਟ ਆਪਦੇ ਕੋਲੇ ਮੇਨਟੇਨ ਕਰਕੇ ਰੱਖਣਾ ਹੁੰਦਾ ਜੀ ਕਮਰਸ਼ੀਅਲ ਬੈਂਕਾਂ ਨੇ। ਜੇ ਮੰਨ ਲਈ ਕੰਟਰੀ ਦੇ ਵਿੱਚ ਹੁਣ ਇਨਫਲੇਸ਼ਨ ਆ ਤਾਂ ਜਿਹੜਾ ਆਪਣਾ ਐਸਐਲਆਰ ਉਹ ਇਨਕਰੀਜ਼ ਕੀਤਾ ਜਾਊਗਾ। ਜਦੋਂ ਇਨਕਰੀਜ਼ ਹੋਣ ਦਾ ਜਿਹੜਾ ਫਲੋ ਆ ਉਹ ਆਪਣੇ ਕੋਲੇ ਜਿਹੜੀ ਕਪੈਸਿਟੀ ਆ ਉਹ ਘਟ ਜਾਣੀ ਆ, ਠੀਕ ਆ ਜੀ। ਵੀ ਜਿਹਦੇ ਕਰਕੇ ਜੀ ਕ੍ਰੈਸ਼ ਨਾ ਮਤਲਬ ਜਿਹੜਾ ਆਪਣਾ ਕ੍ਰੈਡਿਟ ਕ੍ਰੀਏਟ ਕਰਨ ਉਹਦੀ ਕਪੈਸਿਟੀ ਰਿਡਿਊਸ ਹੋਊਗੀ ਬਾਏ ਜਿਹੜੀਆਂ ਆਪਣੀਆਂ ਕਮਰਸ਼ੀਅਲ ਬੈਂਕਾਂ ਨੇ। ਉਹਦਾ ਕੰਟਰੀ ਦੇ ਵਿੱਚ ਆਪਾਂ ਜਿਹੜਾ ਇਨਫਲੇਸ਼ਨ ਸਹੀ ਹੋਊਗਾ ਜੀ। ਜੇ ਕੰਟਰੀ ਦੇ ਵਿੱਚ ਡਿਫਲੇਸ਼ਨ ਆ ਤੇ ਰਿਡਿਊਸ ਕੀਤਾ ਜਾਊਗਾ ਤਾਂ ਮਤਲਬ ਜਿਹੜਾ ਟੋਟਲ ਡਿਪੋਜ਼ਿਟ ਦਾ ਕੁਝ ਪਰਸੈਂਟੇਜ ਆ ਮਤਲਬ ਫਾਰਮ ਆ ਆਪਦੇ ਕੋਲ ਰੱਖਣੀ ਹੁੰਦੀ ਆ ਉਹਨਾਂ ਨੇ ਕਮਰਸ਼ੀਅਲ ਬੈਂਕਾਂ ਨੇ, ਤਾਂ ਮਤਲਬ ਕੀ ਆ ਘੱਟ ਹੋਊਗੀ। ਉਹਦੇ ਨਾਲ ਕੀ ਆ ਜਿਹੜਾ ਫਲੋ ਆ ਕੰਟਰੀ ਦੇ ਵਿੱਚ ਜਿਹੜਾ ਮਤਲਬ ਜ਼ਿਆਦਾ ਕ੍ਰੀਏਟ ਕਰ ਸਕਦੀਆਂ ਨੇ ਜਿਹੜਾ ਲੋਨ ਆ ਜਿਹੜੀ ਆਪਣੀਆਂ ਕਮਰਸ਼ੀਅਲ ਬੈਂਕਾਂ ਨੇ, ਤਾਂ ਉਹਦੇ ਨਾਲ ਕੀ ਹੋਊਗਾ ਕੰਟਰੀ ਦੇ ਵਿੱਚ ਫਲੋ ਵਧੂਗਾ। ਫਲੋ ਵਧਣ ਦੇ ਨਾਲ ਕੀ ਹੋਊਗਾ ਜੀ ਆਪਾਂ ਇਹਨਾਂ ਕੰਟਰੀ ਦੇ ਵਿੱਚ ਡਿਫਲੇਸ਼ਨ ਨੂੰ ਕੀ ਕਰ ਸਕਦੇ ਆ ਕਰੈਕਟ ਕਰ ਸਕਦੇ ਆ। ਕਹਿੰਦੇ ਐਵਰੀ ਬੈਂਕ ਨੂੰ ਰਿਕੁਆਇਰਡ ਹੁੰਦੀ ਆ ਜ਼ਰੂਰਤ ਹੁੰਦੀ ਆ ਕੁਝ ਮੇਨਟੇਨ ਕਰਕੇ ਰੱਖਣ ਦੀ ਕੁਝ ਪਰਸੈਂਟੇਜ ਆਫ ਇਟਸ ਐਸੈਟ ਇਨ ਦੀ ਫਾਰਮ ਆਫ ਲਿਕੁਇਡ ਐਸੈਟ ਨੂੰ ਆਪਾਂ ਕੀ ਕਹਿੰਦੇ ਆ ਐਸਐਲਆਰ ਕਹਿੰਦੇ ਆ। ਇਹ ਆਪਣੇ ਜੋ 6 ਇੰਸਟਰੂਮੈਂਟ ਸੀ ਉਹ ਆਪਣੇ ਹੈਗੇ ਸੀ ਕੁਆਂਟੀਟੇਟਿਵ, ਜਿਹਦੇ ਵਿੱਚ ਕੰਟਰੀ ਇਕਨੋਮੀ ਦੇ ਵਿੱਚ ਓਵਰਆਲ ਸਪਲਾਈ ਆਫ ਮਨੀ ਨੂੰ ਕੰਟਰੋਲ ਕੀਤਾ ਜਾਂਦਾ। ਉਸ ਤੋਂ ਬਾਅਦ ਆ ਗਿਆ ਜੀ ਕੁਆਲੀਟੇਟਿਵ ਇੰਸਟਰੂਮੈਂਟਸ। ਇਹ ਓਵਰਆਲ ਸਪਲਾਈ ਨੂੰ ਕੰਟਰੋਲ ਨਹੀਂ ਕਰਦੇ, ਕੁਝ ਵੀ ਜੋ ਸਿਲੈਕਟਡ ਸੈਕਟਰ ਨੇ ਜਿੱਥੇ ਮਤਲਬ ਕੰਟਰੋਲ ਕਰਨਾ ਚਾਹੁੰਦੀ ਆ ਕਿ ਉੱਥੇ ਆਪਣਾ ਕੀ ਨੇ ਜਿਹੜਾ ਕੰਟਰੋਲ ਕਰਨਾ ਵਾ ਲੋਨ ਨੂੰ, ਉਹ ਮਤਲਬ ਉੱਥੇ ਆਪਾਂ ਕੁਆਲੀਟੇਟਿਵ ਜਿਹੜੇ ਆਪਣੇ ਇੰਸਟਰੂਮੈਂਟ ਨੇ ਆਪਾਂ ਉਹ ਕੀ ਕਰਦੇ ਆ ਯੂਜ਼ ਕਰਦੇ ਆ। ਤਾਂ ਹੁਣ ਜਿਹੜਾ ਪਹਿਲਾ ਆਪਣਾ ਜੀ ਮਾਰਜਨ ਰਿਕੁਆਇਰਮੈਂਟ, ਇਹਦੇ ਵਿੱਚ ਮੰਨ ਲਓ ਵੀ ਆਪਣੇ ਕੋਲ ਵੀ ਐਸੈਟ ਆਪਣਾ ਜਿਵੇਂ ਕੋਈ ਹਾਊਸ ਆ ਤਾਂ ਉਹਦੀ ਮੰਨ ਲਓ ਜਿਹੜੀ ਵੈਲਿਊ ਮੰਨ ਲਓ ਕੀ ਆ 1 ਲੱਖ, ਠੀਕ ਹੈ ਜੀ। ਉਹ ਹੁਣ ਮਤਲਬ ਇਹਦੇ ਥਰੂ ਕੀ ਆ ਲੋਨ ਮਤਲਬ ਉਹਨੂੰ ਗਿਰਵੀ ਰੱਖ ਕੇ ਕੀ ਆ ਲੋਨ ਲੈਣਾ ਚਾਹੁੰਦੇ ਨੇ ਕਮਰਸ਼ੀਅਲ ਬੈਂਕਾਂ ਤੋਂ। ਤਾਂ ਕਮਰਸ਼ੀਅਲ ਬੈਂਕਾਂ ਮੰਨ ਲਓ ਉਹਨੂੰ ਕਿੰਨਾ ਵੀ ਆ ਵੀ ਜਿਹੜਾ ਆਪਣਾ 80,000 ਆ ਕੀ ਆ ਉਹ ਲੋਨ ਪ੍ਰੋਵਾਈਡ ਕਰ ਦਿੰਦੇ। ਤਾਂ ਜਿਹੜਾ ਆਪਣਾ ਮਾਰਜਨ ਆ ਕਿੰਨਾ ਵਾ ਜੀ ਉਹ ਆਪਣਾ 20,000 ਦਾ। ਤਾਂ ਇਹ ਜੋ ਮਾਰਜਨ ਆ ਇਹਨੂੰ ਇਨਕਰੀਜ਼ ਡਿਕਰੀਜ਼ ਕਰਕੇ ਕੰਟਰੀ ਦੇ ਵਿੱਚ ਜਿਹੜਾ ਇਨਫਲੇਸ਼ਨ ਡਿਫਲੇਸ਼ਨ ਉਹਨੂੰ ਕੀ ਕੀਤਾ ਜਾਂਦਾ ਵਾ ਕੰਟਰੋਲ ਕੀਤਾ ਜਾਂਦਾ ਵਾ, ਠੀਕ ਹੈ ਜੀ। ਜਿੰਨਾ ਮਾਰਜਨ ਜ਼ਿਆਦਾ ਹੋਊਗਾ ਇਹ ਮੰਨ ਲਓ ਕਿ 20 ਆ 30 ਹੋ ਗਿਆ ਤਾਂ ਮਾਰਜਨ ਇਨਕਰੀਜ਼ ਹੋ ਗਿਆ ਤਾਂ ਫਲੋ ਉੱਥੇ ਘਟੂਗਾ। ਤਾਂ ਉੱਥੇ ਕੀ ਆ ਮਤਲਬ ਇਨਫਲੇਸ਼ਨ ਇਫੈਕਟ ਕਰ ਸਕਦੇ ਆ। ਹੁਣ ਜੇ ਕੰਟਰੀ ਦੇ ਵਿੱਚ ਮਤਲਬ ਕੀ ਆ ਡਿਫਲੇਸ਼ਨ ਆ ਆਪਾਂ ਨੇ ਫਲੋ ਵਧਾਉਣਾ ਤਾਂ ਮਾਰਜਨ ਆ ਜਿਹੜਾ ਕੀ ਕਰ ਦੂਗੀ ਆਰਬੀਆਈ ਰਿਡਿਊਸ ਕਰ ਦੂਗੀ। ਤਾਂ ਇਹਦੇ ਨਾਲ ਕੀ ਆ ਮਤਲਬ ਇੱਕ ਕੰਟਰੀ ਦੇ ਵਿੱਚ ਇਸ ਤਰੀਕੇ ਨਾਲ ਇਨਫਲੇਸ਼ਨ ਡਿਫਲੇਸ਼ਨ ਨੂੰ ਕੀ ਆ ਕੰਟਰੋਲ ਕੀਤਾ ਜਾਂਦਾ। ਉਸ ਤੋਂ ਬਾਅਦ ਆ ਗਈ ਰੈਸਨਿੰਗ ਆਫ ਕ੍ਰੈਡਿਟ। ਇੱਥੇ ਵੀ ਜਿਹੜੀ ਆ ਮਤਲਬ ਕੀ ਆ ਕੁਝ ਕੋਟਾ ਫਿਕਸ ਕਰ ਦਿੱਤਾ ਜਾਂਦਾ ਵਾ ਆਰਬੀਆਈ ਦੁਆਰਾ ਵੀ ਇਹ ਤੋਂ ਜ਼ਿਆਦਾ ਆਪਾਂ ਨੇ ਲੋਨ ਕੋਈ ਕੰਮ ਦੇ ਲਈ ਆਪਾਂ ਨੇ ਜ਼ਿਆਦਾ ਨਹੀਂ ਦੇਣਾ ਹੈਗਾ, ਠੀਕ ਹੈ ਜੀ। ਤਾਂ ਉਹ ਇਕਨੋਮੀ ਦੇ ਵਿੱਚ ਇਨਫਲੇਸ਼ਨ ਹੋਊਗਾ। ਮੰਨ ਲਓ ਇਕਨੋਮੀ ਦੇ ਵਿੱਚ ਡਿਫਲੇਸ਼ਨ ਆ ਤਾਂ ਕਿਸੇ ਕੰਮ ਦੇ ਲਈ ਕੋਟਾ ਪਹਿਲਾਂ ਫਿਕਸ ਕੀਤਾ ਹੋਇਆ ਸੀ ਤਾਂ ਉਹ ਆਰਬੀਆਈ ਕੀ ਹਟਾ ਦੂਗੀ, ਉਹਦੇ ਲਈ ਆ ਇੱਥੇ ਜਿਹੜਾ ਲੋਨ ਆ ਜ਼ਿਆਦਾ ਦੇ ਸਕਦੇ ਆ। ਤਾਂ ਉੱਥੇ ਕੰਟਰੀ ਦੇ ਵਿੱਚ ਕੀ ਆਪਾਂ ਜਿਹੜਾ ਡਿਫਲੇਸ਼ਨ ਆ ਉਹਨੂੰ ਕੀ ਕਰ ਸਕਦੇ ਆ ਸਹੀ ਕਰ ਸਕਦੇ ਆ। ਜੋ ਆਪਣਾ ਤੀਸਰਾ ਪੁਆਇੰਟ ਹੈ ਜਿਹਦੇ ਵਿੱਚ ਇਹ ਕਿਹਾ ਹੋਇਆ ਵੀ ਜੋ ਆਪਣੀ ਕਮਰਸ਼ੀਅਲ ਬੈਂਕਾਂ ਨੇ ਉਹ ਆਪਣੀ ਆਰਬੀਆਈ ਦੀ ਜੋ ਡਾਇਰੈਕਸ਼ਨ ਆ ਉਹਨੂੰ ਕੀ ਆ ਫੋਲੋ ਕਰਦੀਆਂ ਨੇ। ਹੁਣ ਵਾਲੇ ਇਕਨੋਮੀ ਦੇ ਵਿੱਚ ਇਨਫਲੇਸ਼ਨ ਆ ਕਮਰਸ਼ੀਅਲ ਬੈਂਕਾਂ ਦੁਆਰਾ ਫਿਰ ਵੀ ਜ਼ਿਆਦਾ ਲੋਨ ਦਿੱਤਾ ਜਾ ਰਿਹਾ ਵਾ ਤਾਂ ਆਰਬੀਆਈ ਉਹਨਾਂ ਦੇ ਉੱਪਰ ਕੰਟਰੋਲ ਕਰ ਸਕਦੀ ਆ। ਉਹ ਆਰਬੀਆਈ ਕੰਟਰੋਲ ਕਰਕੇ ਉਹ ਲੋਨ ਨੂੰ ਕੀ ਆ ਰਿਡਿਊਸ ਕਰ ਸਕਦੀ ਆ ਵੀ ਹੁਣ ਕੰਟਰੀ ਦੇ ਵਿੱਚ ਘੱਟ ਲੋਨ ਜਨਰੇਟ ਕਰੋ। ਤਾਂ ਉੱਥੇ ਕੀ ਹੈ ਇਨਫਲੇਸ਼ਨ ਸਹੀ ਕਰ ਸਕਦੀ ਹੈ ਆਰਬੀਆਈ, ਕਿਉਂਕਿ ਸਾਰੀਆਂ ਬੈਂਕਾਂ ਨੂੰ ਆਰਬੀਆਈ ਕੰਟਰੋਲ ਕਰਦੀ ਹੈ। ਇਸ ਕਰਕੇ ਉਹਨਾਂ ਦੇ ਉੱਪਰੋਂ ਪ੍ਰੈਸ਼ਰ ਪਾ ਸਕਦੀ ਹੈ ਆਰਬੀਆਈ ਵੀ ਉਹ ਜੋ ਜ਼ਿਆਦਾ ਲੋਨ ਨਾ ਦੇਣ ਇਨ ਕੇਸ ਆਫ ਇਨਫਲੇਸ਼ਨ। ਹੁਣ ਮੰਨ ਲਓ ਕੰਟਰੀ ਦੇ ਵਿੱਚ ਡਿਫਲੇਸ਼ਨ ਆ ਤਾਂ ਉੱਥੇ ਦਾ ਆਰਬੀਆਈ ਉਹਨਾਂ ਨੂੰ ਕੀ ਆ ਫਰੀडम ਦਊਗੀ ਤੁਸੀਂ ਲੋਨ ਦੇ ਸਕਦੇ ਹੋ ਜ਼ਿਆਦਾ, ਜਿਹਦੇ ਨਾਲ ਕੰਟਰੀ ਦੇ ਵਿੱਚ ਆਪਣਾ ਡਿਫਲੇਸ਼ਨ ਆ ਉਹ ਕੀ ਹੋ ਜਾਵੇ ਕਰੈਕਟ ਹੋ ਜਾਵੇ। ਤਾਂ ਇਹ ਆਪਣੇ ਇੰਸਟਰੂਮੈਂਟਸ ਦੀ ਕੁਆਂਟੀਟੇਟਿਵ ਐਂਡ ਕੁਆਲਿਟੇਟਿਵ ਜਿਹਦੇ ਥਰੂ ਜਿਹੜੀ ਆਰਬੀਆਈ ਆ ਕੰਟਰੀ ਦੇ ਵਿੱਚ ਜਿਹੜਾ ਆਪਣਾ ਸਪਲਾਈ ਆਫ ਮਨੀ ਆ ਉਹਨੂੰ ਕੀ ਕਰਦੀ ਆ ਜੋ ਸਪਲਾਈ ਮਤਲਬ ਜਿਹੜਾ ਸਪਲਾਈ ਦਾ ਫਲੋ ਆ ਉਹਨੂੰ ਕੀ ਕਰਦੀ ਆ ਮਨੀ ਦੇ ਨੂੰ ਕੰਟਰੋਲ ਕਰਦੀ ਆ, ਜਿਹਦੇ ਨਾਲ ਮਤਲਬ ਕੰਟਰੀ ਦੇ ਵਿੱਚ ਇਨਫਲੇਸ਼ਨ ਡਿਫਲੇਸ਼ਨ ਨੂੰ ਕੀ ਆ ਕੰਟਰੋਲ ਕੀਤਾ ਜਾਂਦਾ। ਤਾਂ ਉਮੀਦ ਕਰਦੇ ਹਾਂ ਜੀ ਸਾਰੇ ਇੰਸਟਰੂਮੈਂਟ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਜੀ। ਤੇ ਜਿਹੜੀ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ।